यानी जैल सिंह ते फिर 2 को हफ्ते पिछों श्रीमती इंदिरा गांधी अमृतसर पुजे। उन्हां हरमंदर साहब विच मत्था टेकिया ते अकाल तख्त साहब ते होर इमारतां नूं होए नुकसान दा जायजा लिया। उन्हां ने तबाह होए अकाल तख्त दी मुरम्मत करवा के फौजी कार्रवाई उपर पर्दा पा देण दा फैसला कर लिया। उन्हां दा ख्याल सी कि जदों तक तबाह ते बर्बाद होया अकाल तख्त सिखां दियां अखां सामने रहेगा, ਉਹ ਇਹ ਗੱਲ नहीं भुल सकणगे कि उन्हां दे इस पावन पवित्र स्थान नूं भारती फौजां ने ऑपरेशन ब्लू स्टार दे दौरान तबाह कीता सी। श्रीमती गांधी ने अकाल तख्त दी मुरम्मत दा कम निहंगां दे मुखी बाबा संता सिंह नूं सौंपिया। सिख भाईचारा ते खास करके खाड़कू नौजवान टट्ठे होए अकाल तख्त साहब दी उसारी दा कम संगतां दे सहयोग नाल करना चाहुंदे सन। ਇਹ ਉਹ ਤਖਤ ਹੈ ਜਿਸ ਨੂੰ ਕਦੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਨੇ ਬਣਾਇਆ ਸੀ। ਇਹ ਉਹ ਤਖਤ ਹੈ ਜਿਸ ਨੂੰ ਕਦੇ ਬਾਅਦ ਵਿੱਚ ਪੰਜਾਂ ਪਿਆਰਿਆਂ ਦੀ ਸਰਪ੍ਰਸਤੀ ਹੇਠ ਬਣਾਇਆ ਗਿਆ ਸੀ। ਉਸ ਰਵਾਇਤ ਨੂੰ ਕਾਇਮ ਰੱਖਣਾ ਹੈ। ਕਿਸੇ ਇੱਕ ਮਨੁੱਖ ਨੂੰ ਕੋਈ ਹੱਕ ਨਹੀਂ ਆਪਣੀ ਮਰਜ਼ੀ ਨਾਲ ਤਖਤ ਬਣਾਉਂਦਾ ਫਿਰੇ। ਜਿਹੜਾ ਅਕਾਲ ਤਖਤ ਤੋਂ ਛੇਕਿਆ ਗਿਆ ਹੈ, ਪ੍ਰਵਾਨ ਹੀ ਨਹੀਂ ਕੌਮ ਨੇ ਕੀਤਾ, ਉਹਦਾ ਤਖਤ ਬਣਾਇਆ, ਕੌਮ ਕਿਵੇਂ ਪ੍ਰਵਾਨ ਕਰ ਲਏਗੀ? ਇਹ ਕਦੇ ਹੋ ਹੀ ਨਹੀਂ ਸਕਦਾ। ਨਿਹੰਗ ਸੰਤਾ ਸਿੰਘ ਦੁਆਰਾ ਮੁਰੰਮਤ ਕੀਤੇ ਗਏ ਅਕਾਲ ਤਖਤ ਨੂੰ ਸਿੱਖ ਜਗਤ ਨੇ ਪ੍ਰਵਾਨ ਨਾ ਕੀਤਾ ਤੇ ਉਹਨਾਂ ਨੇ ਅਕਾਲ ਤਖਤ ਦੀ ਉਸ ਇਮਾਰਤ ਨੂੰ ਢਾਹ ਕੇ ਆਪਣੇ ਖੂਨ ਪਸੀਨੇ ਤੇ ਮਿਹਨਤ ਨਾਲ ਨਵੇਂ ਅਕਾਲ ਤਖਤ ਦੀ ਸਿਰਜਣਾ ਦਾ ਕਾਰਜ ਸ਼ੁਰੂ ਕਰ ਦਿੱਤਾ। ब्लू स्टार ऑपरेशन तो बाद पंजाब दे पिंडां विचों कथित आतंकवादी नौजवानां नूं पकड़न ते उन्हां दी अलख मुका देण दा अभियान शुरू कर दिता गया। इस नूं वुड रोज ऑपरेशन दा नाम दिता गया। पंजाब दे अनेकां बेगुनाह युवक इस ऑपरेशन दे तहत मार दिते गए। सरकार दा कहना सी कि वो देश नूं टुकड़े टुकड़े करन दी कोशिश कर रहे सन। सरकारी मशीनरी दे हथ मजबूत करन लई विधान विच तरमीमा करके इहो जे कानून पास कीते गए जिन्हां नूं पंजाब दे लोकां ने काले कानूनां दा नाम दिता। After Blue Star, another hideous mistake was made, and that was this so-called Operation Woodrose, when people talked loosely about flushing out terrorists, and the end result was you didn't flush out terrorists, you created a whole lot more. And when you see every government is based on justice, social, economic and political, and if it fails to give justice, then it becomes counterproductive and then people take up the arms. ਘਟਨਾਵਾਂ ਦਾ ਕ੍ਰਮ ਬੜੀ ਤੇਜ਼ੀ ਨਾਲ ਬਦਲ ਰਿਹਾ ਸੀ। 31 ਅਕਤੂਬਰ 1984 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਉਹਨਾਂ ਦੇ ਇਸ ਕਤਲ ਵਿੱਚ ਉਹਨਾਂ ਦੇ ਹੀ 2 ਅੰਗ ਰਕਸ਼ਕ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ। ਬੇਅੰਤ ਸਿੰਘ ਨੂੰ ਤਾਂ ਘਟਨਾ ਸਥਲ ਤੇ ਹੀ ਕਿਸੇ ਹੋਰ ਅੰਗ ਰਕਸ਼ਕ ਨੇ ਗੋਲੀ ਮਾਰ ਕੇ ਮਾਰ ਦਿੱਤਾ, ਜਦਕਿ ਸਤਵੰਤ ਸਿੰਘ ਤੇ ਮੁਕੱਦਮਾ ਚਲਾ ਕੇ ਉਸ ਨੂੰ ਫਾਂਸੀ ਦੇ ਦਿੱਤੀ ਗਈ। ਜਦੋਂ ਇਸ ਘਟਨਾ ਬਾਰੇ ਬੇਅੰਤ ਸਿੰਘ ਦੀ ਪਤਨੀ ਬਿਮਲ ਖਾਲਸਾ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ, ਦਰਬਾਰ ਸਾਹਿਬ ਦੀ ਬੇਅਦਬੀ ਤੋਂ ਬਾਅਦ, ਅਟੈਕ ਹੋਣ ਤੋਂ ਬਾਅਦ ਹਰੇਕ ਸਿੱਖ ਦਾ ਹਿਰਦਾ ਜਿਹੜਾ ਸੀ ਦੁਖੀ ਸੀ। ਤੋਂ ਸ਼ਹੀਦ ਬੇਅੰਤ ਸਿੰਘ ਵੀ ਉਹਨਾਂ ਮਤਲਬ ਸਿੱਖਾਂ ਵਿੱਚੋਂ ਇੱਕ ਸੀ ਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਨਹੀਂ ਸਹਾਰਿਆ। श्रीमती इंदिरा गांधी ਦਾ ਕਤਲ ਆਪਣੇ ਆਪ ਵਿੱਚ ਬੜੀ ਦੁਖਦਾਈ ਘਟਨਾ ਸੀ, ਪਰ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਉੱਠੇ। ਇਨ੍ਹਾਂ ਦੰਗਿਆਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਜਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਸੈਂਕੜੇ ਨੌਜਵਾਨ ਬੱਚੀਆਂ ਦੀ ਇੱਜ਼ਤ ਲੁੱਟ ਲਈ ਗਈ। ਸਰਕਾਰੀ ਅਨੁਮਾਨ ਅਨੁਸਾਰ ਕੇਵਲ ਦਿੱਲੀ ਵਿੱਚ ਹੀ 2500 ਤੋਂ ਵੱਧ ਔਰਤਾਂ ਵਿਧਵਾ ਹੋ ਗਈਆਂ। ਇਨ੍ਹਾਂ ਦੰਗਿਆਂ ਦਾ ਬਹੁਤਾ ਪ੍ਰਕੋਪ ਦਿੱਲੀ ਤੋਂ ਇਲਾਵਾ ਕਾਨਪੁਰ, ਇੰਦੌਰ, ਬੁਖਾਰੋ ਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਬੜਾ ਭਿਆਨਕ ਸੀ। ਸਾਰੇ ਦੇਸ਼ ਵਿੱਚ ਸਿੱਖਾਂ ਦੀ ਅਰਬਾਂ ਰੁਪਏ ਦੀ ਸੰਪत्ति ਤਬਾਹ ਕਰ ਦਿੱਤੀ ਗਈ। ਕੇਵਲ ਦਿੱਲੀ ਵਿੱਚ ਹੀ ਸੈਂਕੜੇ ਗੁਰਦੁਆਰਿਆਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਤੇ ਹਜ਼ਾਰਾਂ ਪਾਵਨ ਪਵਿੱਤਰ ਬੀੜਾਂ ਜਲਾ ਕੇ ਰਾਖ ਕਰ ਦਿੱਤੀਆਂ ਗਈਆਂ। ਦੰਗਾ ਕਰਨ ਵਾਲੇ ਇਹ ਭੁੱਲ ਗਏ ਸਨ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਗ੍ਰੰਥ ਸਮਝ ਕੇ ਸਾੜਿਆ ਜਾ ਰਿਹਾ ਹੈ, ਉਸ ਵਿੱਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਰਾਮਾਨੰਦ ਅਤੇ ਬਾਬਾ ਫਰੀਦ ਦੀ ਵੀ ਬਾਣੀ ਦਰਜ ਹੈ, ਜਿਸ ਨੂੰ ਲੱਖਾਂ ਸਿੱਖ ਹਰ ਰੋਜ਼ ਮੱਥਾ ਟੇਕਦੇ ਤੇ ਸਤਿਕਾਰ ਦਿੰਦੇ ਹਨ।
ਗੈਰ ਸਰਕਾਰੀ ਅਨੁਮਾਨ ਅਨੁਸਾਰ ਇਨ੍ਹਾਂ ਦੰਗਿਆਂ ਵਿੱਚ 20,000 ਦੇ ਕਰੀਬ ਸਿੱਖ ਮਾਰੇ ਗਏ ਸਨ। ਮੇਰੇ ਪੋਤਰਿਆਂ ਨੂੰ ਫਿਰ ਵਿਚਾਰਿਆਂ ਨੂੰ ਅੱਛੀ ਤਰ੍ਹਾਂ ਸ਼ਹੀਦ ਕੀਤੇ ਗਏ। ਇਹ ਅਸੀਂ ਉਹਨਾਂ ਦੀ ਕੋਈ ਗੱਲ ਕਰ ਨਹੀਂ ਸਕਦੇ ਵੀ। ਵਿਚਾਰਿਆਂ ਨੂੰ ਐਸਾ ਉਹਨਾਂ ਨੂੰ ਨਾਲੇ ਦੇ ਵਿੱਚ ਡੋਬ ਕੇ ਸੀਏ ਦੇ ਕੇ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। मेरी कुड़ी का सिर फाड़ देता, फिर लड़की कहने लगी मेरा भाई बचा ले, छोड़ दे, मैनू मार दे, मेरा भाई छड़ दो, मेरी माँ का सहारा बन जाएगा। कोई भंगी थे, मुसलमान थे, इस्लाम था, उद्दल था, गुप्ता था, हाँ सारे थे, सारे इस इलाके के थे। बस जब सारे भाज गए ना तो डप्पा थे बल्लम उसको ऐसे घोप दे देते थे, तो वो कहते हाय रे मैं मर गया रे, फिर वो हाथ ऊपर करते तो उसको लाठी मार के सिर पे जिंदे को आग लगा गए, मेरे मुंडे को जिन्ने को आग लगा ऐसे फट गए गई, जैसे बच्चे। मेरी गोदी में से खिंच गए। 3 मेरे साल के मुंडे बच्चे को मार दिए, 3 साल के इसकी 2 में 3 साल के बच्चे हो गए, बीतेगी उसके दिल पे। शिकल देख कैसी हो रही मेरी मुंडी। ऐसे जला दी आग में से काट के मार के पहले यहाँ से गर्दन काट के आग में जला दी। 1000-2000 ਬੰਦਿਆਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ। ਹਮਲਾ ਕਰਤਾ, ਅਸੀਂ ਗੁਰਦੁਆਰਾ ਬਚਾਉਣ ਵਾਸਤੇ ਆਏ ਤੇ ਬੰਦੇ ਦੌੜ ਜਾਂਦੇ, ਫਿਰ ਅਸੀਂ ਛਡਾ ਨਸਾ ਕੇ ਭਜਾ ਕੇ ਆ ਜਾਂਦੇ, ਫਿਰ ਵਾਪਸ ਆ ਜਾਂਦੇ। ਇੰਨੀ ਚਿਰ 2-3 ਘੰਟੇ ਅਸੀਂ ਇਸ ਤਰ੍ਹਾਂ ਹੀ ਕੀਤਾ। ਉਸ ਤੋਂ ਬਾਅਦ ਜੀ ਸਾਹਿਬ ਪੁਲਿਸ ਆ ਗਈ। ਉਹਨਾਂ ਨੇ ਕਿਹਾ ਜੀ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਓ, ਅਸੀਂ ਤੁਹਾਡੀ ਸ਼ਾਂਤੀ ਕਰਾ ਦਿਆਂਗੇ। ਅਸੀਂ ਸ਼ਾਂਤੀ ਵਾਸਤੇ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਸ਼ਾਂਤੀ ਤਾਂ ਹੋਈ ਨਹੀਂ। ਬੰਦੇ ਫਿਰ ਆਪਣੇ ਆਪਣੇ ਘਰ ਚਲੇ ਗਏ, ਇੱਕ 2-2 ਬੰਦੇ ਸੀ। ਉਦੋਂ ਫਿਰ ਬੰਦੇ ਇੱਕ 200, 300, ਇੱਕ ਬੰਦੇ ਦੇ ਘਰ ਤੇ ਚੜ ਗਿਆ, ਪੱਥਰਾਂ ਨਾਲ ਮਾਰਿਆ, ਮਿੱਟੀ ਦਾ ਤੇਲ ਸਾੜਿਆ, ਉੱਤੇ ਅੱਗ ਲਾ ਕੇ ਬੰਦੇ ਨੂੰ ਮਾਰ ਕੇ ਸੱਟ ਗਏ। ਅੱਧਾ ਮਰਿਆ, ਅੱਧਾ ਨਹੀਂ ਮਰਿਆ, ਪਿਆ ਰਿਹਾ ਜੀ। ਫਿਰ ਇਹ ਗੁਰਦੁਆਰਾ ਸਾਰਾ ਤੋੜ ਦਿੱਤਾ ਪੂਰਾ। ਬਾਬਾ ਸਾਹਿਬ ਦੀ ਪੂਰੀ ਬੇਟ ਦੀ ਬੇਇੱਜ਼ਤੀ ਕੀਤੀ। ਸਾਰੀ ਕਲੋਨੀ ਦੇ ਬੰਦੇ ਘੱਟੋ ਨਾ 200-300 ਬੰਦਾ ਸਾਡਾ ਇੱਧਰ ਦਾ ਮਰਿਆ। ਤੁਹਾਡੀ ਲਾਸ਼ਾਂ ਦਾ ਕੀ ਆ? ਲਾਸ਼ਾਂ ਦਾ ਜੀ ਪੁਲਿਸ ਲੈ ਗਈ, ਪਤਾ ਨਹੀਂ ਕਿੱਥੇ ਸਿੱਟੀਆਂ, ਕੋਈ ਪਤਾ ਨਹੀਂ। ਜਿਹੜੇ ਇੱਥੇ ਸੀ 50-100 ਬੰਦੇ ਤੇ ਇੱਥੇ ਸੜ ਗਏ, ਇੱਥੇ ਹੀ ਮਰ ਗਏ, ਇੱਥੇ ਹੀ ਪੈ ਰਹੇ। ਉਹਨਾਂ ਨੂੰ ਕੁੱਤੇ ਬਿੱਲੇ ਖਾ ਗਏ ਵਿਚਾਰਿਆਂ ਨੂੰ, ਕੋਈ ਪਤਾ ਨਹੀਂ। ਦੇਸ਼ ਵਿੱਚ ਸਿੱਖ ਭਾਈਚਾਰੇ ਉੱਪਰ ਇੰਨਾ ਵੱਡਾ ਕਹਿਰ ਟੁੱਟਿਆ, ਪਰ ਦੇਸ਼ ਦਾ ਹੁਕਮਰਾਨ ਇਹ ਕਹਿ ਕੇ ਸਪਸ਼ਟੀਕਰਨ ਦੇ ਰਿਹਾ ਸੀ ਕਿ ਜਦੋਂ ਵੱਡਾ ਦਰਖਤ ਗਿਰਦਾ ਹੈ ਤਾਂ ਧਰਤੀ ਹਿਲਦੀ ਹੀ ਹੈ। ਦੇਸ਼ ਦਾ ਆਮ ਸਿੱਖ ਇਹ ਸੋਚ ਰਿਹਾ ਸੀ ਕਿ ਕੀ ਇਹ ਧਰਤੀ ਸਿਰਫ ਸਿੱਖਾਂ ਵਾਸਤੇ ਹੀ ਹਿੱਲਣੀ ਸੀ। ये तो हम तो खुलेआम कहते हैं कि जिस देश का प्रधानमंत्री इतने लोगों की हत्या हो और उसके बाद कहे कि साहब बड़ा कोई पेड़ गिरता है तो पत्ता झड़ता ही है, तो ये कोई मतलब है कि कोई सद्भावना के दृष्टिकोण से अच्छा नहीं है। It was very sad that Indira Gandhi was assassinated. Very sad. But what followed later was sadder still. Much more sadder than. And explanations like a huge tree falling and hence there would be a small shudder around, I think they don't serve much purpose. They do not. And this thing is very, very difficult to erase from the mind. You know, I mean, any society in which the police, the administration, the Prime Minister can justify the killing of 5,000 innocent people, some of them children, do you know, I mean, because this was not terrorist killings, this was killings by the state, it was pogroms. And you know, I mean, that's what we're paying for now, because you've totally alienated an entire community. ਇਨ੍ਹਾਂ ਸਿੱਖ ਵਿਰੋਧੀ ਦੰਗਿਆਂ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਅਨੇਕ ਸਿੱਖ ਪਰਿਵਾਰਾਂ ਦੀ ਜਾਨ ਬਚਾਈ। ਮੇਰੇ